ਕਹਾਣੀ ਮੈਂ ਤਾਂ ਪੜਾਂਗੀ ਹੀ। ਲੇਖਕ ਤਰਸੇਮ ਸਿੰਘ ਪੰਗੂ। ਕੋਈ ਵੀ ਕੰਮ ਕਰਨ ਵਾਸਤੇ ਦ੍ਰਿੜ ਇਰਾਦਾ ਤੇ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਦੀ ਹਿੰਮਤ ਚਾਹੀਦੀ ਹੈ। ਅਜਿਹੇ ਜਜ਼ਬੇ ਤੇ ਹਿੰਮਤ ਦੀ ਮਾਲਕ ਹੈ ਦੇਬੋ। ਇਹ ਸਾਰਾ ਕੁਝ ਦੇਬੋ ਨੂੰ ਵਿਰਸੇ ਵਿੱਚ ਮਿਲਿਆ ਸੀ। ਪਿਓ ਦੀਆਂ ਆਪ ਖੁਦਰੀਆਂ ਤੇ ਮਾਂ ਦਾ ਚੁੱਪ ਕਰਕੇ ਛਿੱਤਰ ਖਾ ਲੈਣਾ ਦੇਬੋ ਦੀਆਂ ਯਾਦਾਂ ਦਾ ਅਪੁੱਲ ਹਿੱਸਾ ਹੈ। ਪੰਜਾਬ ਦੇ ਹਿੰਦ ਪਾਕ ਬਾਰਡਰ ਉੱਤੇ ਆਪਣੇ ਵਰਗੀਆਂ ਮਹਿਲਾ ਕਰਮਚਾਰੀਆਂ ਨਾਲ ਗਸ਼ਤ ਕਰਦੀ ਦੇਬੋ ਹਰ ਵੇਲੇ ਗੈਰ ਗੰਭੀਰ ਸੋਚਾਂ ਵਿੱਚ ਹੀ ਗੁਆਚੀ ਰਹਿੰਦੀ। ਉਹ ਹਮੇਸ਼ਾ ਸੋਚਦੀ, ਪੰਜਾਬ ਦੀ ਜਵਾਨੀ ਦੇ ਘਾਣ ਦਾ ਕਾਰਨ ਬਣੇ ਨਸ਼ਿਆਂ ਦੇ ਸੌਦਾਗਰ ਜੇਲ੍ਹ ਵਿੱਚ ਹੀ ਨਹੀਂ, ਉੱਪਰ ਹੀ ਜਾਣੇ ਚਾਹੀਦੇ ਹਨ। ਦੇਬੋ ਨੂੰ ਅਕਸਰ ਤਸਕਰੀ ਅਤੇ ਜਸੂਸੀ ਕਰਨ ਦੇ ਦੋਸ਼ ਵਿੱਚ ਸਜ਼ਾ ਭੁਗਤ ਰਹੇ ਜੇਲ੍ਹ ਵਿੱਚ ਬੰਦ ਆਪਣੇ ਬਾਪ ਉੱਤੇ ਵੀ ਅੰਤਾਂ ਦਾ ਗੁੱਸਾ ਆਉਂਦਾ। ਸਰਹੱਦ ਦੀ ਰਾਖੀ ਕਰਦਿਆਂ ਉਹ ਸੋਚਦੀ ਕਿ ਨਸ਼ਿਆਂ ਦੇ ਕੰਮ ਵਿੱਚ ਤਾਂ ਉਸਨੇ ਆਪਣੇ ਪਿਓ ਨੂੰ ਹੋਰ ਬਦਮਾਸ਼ਾਂ ਨਾਲ ਵੇਖਿਆ ਸੀ। ਉਹ ਪਾਰ ਪਾਕਿਸਤਾਨ ਵੀ ਜਾਂਦਾ ਸੀ, ਪਰ ਅਨਪੜ੍ਹ ਨੇ ਭਲਾ ਕੀ ਜਸੂਸੀ ਕਰਨੀ ਸੀ। ਹੋ ਸਕਦਾ ਕਿਸੇ ਨੇ ਉਸਨੂੰ ਵਰਤ ਲਿਆ ਹੋਵੇ। ਹਮੇਸ਼ਾ ਘਰ ਵਾਲੇ ਤੋਂ ਡਰਦੀ ਮਾਂ ਤੋਂ ਬਾਗੀ ਹੋ ਕੇ ਪੜ੍ਹਨ ਤੋਂ ਬਾਅਦ ਸੀਮਾ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਤੇ ਉਸਨੂੰ ਅੱਜ ਫਖਰ ਮਹਿਸੂਸ ਵੀ ਹੁੰਦਾ ਹੈ ਤੇ ਕੈਦੀ ਬਾਪ ਬਾਰੇ ਸੋਚ ਕੇ ਨਫ਼ਰਤ, ਜਿਸ ਨੇ ਖੁਦ ਦੀ ਜ਼ਿੰਮੇਵਾਰੀ ਸਮਝ ਕੇ ਉਸ ਨੂੰ ਪੜ੍ਹਾਉਣਾ ਤਾਂ ਕੀ ਸੀ, ਦੁਬਾਰਾ ਪੜ੍ਹਨ ਵਾਸਤੇ ਪੁੱਛਣ ਤੇ ਮਾਵਾਂ ਧੀਆਂ ਦੀਆਂ ਲੱਤਾਂ ਵੱਢਣ ਦੀ ਧਮਕੀ ਦੇ ਦਿੱਤੀ ਸੀ। ਕੁੜੀਆਂ ਦੇ ਸਾਰੇ ਪਿਓ ਐਵੇਂ ਦੇ ਹੀ ਹੁੰਦੇ ਹਨ ਭਲਾ। ਰਾਤ ਵੇਲੇ ਚੁੱਪਚਾਪ ਕੰਡਿਆਲੀ ਧਾਰ ਨੇੜੇ ਗਸ਼ਤ ਕਰਦਿਆਂ ਸੋਚਦੀ ਦੇਬੋ ਦੀਆਂ ਅੱਖਾਂ ਵਿੱਚ ਪਾਣੀ ਤੈਰਨ ਲੱਗਦਾ ਤੇ ਉਹ ਦੁਬਕ ਕੇ ਗੁਜ਼ਾਰੇ ਬਚਪਨ ਵਿੱਚ ਪਹੁੰਚ ਜਾਂਦੀ। ਦੇਬੋ ਦਾ ਬਾਪ ਜੰਗਾ ਵੈਲੀ ਮੱਧਵਰਗੀ ਜੱਟ ਪਰਿਵਾਰ ਵਿੱਚ ਪੈਦਾ ਹੋਇਆ ਸੀ। ਘਰ ਦੀ ਸ਼ਰਾਬ ਕੱਢ ਕੇ ਪੀਣੀ ਪੰਜਾਬੀਆਂ ਦਾ ਆਮ ਵਰਤਾਰਾ ਹੋਣ ਕਰਕੇ ਇਸ ਨੂੰ ਕੋਈ ਬਹੁਤੇ ਵੱਡੇ ਐਬਾਂ ਵਿੱਚ ਨਹੀਂ ਗਿਣਿਆ ਜਾਂਦਾ। ਪੰਜਾਬੀ ਔਰਤਾਂ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੀਆਂ। ਇਹੀ ਕਾਰਨ ਸੀ ਕਿ ਜਵਾਨੀ ਚੜ੍ਹ ਰਹੇ ਜੰਗੇ ਨੂੰ ਕਿਸੇ ਨੇ ਵੀ ਰੋਕਿਆ ਟੋਕਿਆ ਨਹੀਂ ਸੀ। ਉਹ ਸ਼ਰਾਬ ਕੱਢਣ ਅਤੇ ਪੀਣ ਤੋਂ ਸ਼ੁਰੂ ਹੋ ਕੇ ਵੱਡੇ ਬਦਮਾਸ਼ਾਂ ਵਿੱਚ ਪੈਰ ਰੱਖਣ ਲੱਗ ਪਿਆ ਸੀ। ਪਾਕਿਸਤਾਨੋਂ ਭੇਲੀਆਂ ਵਿੱਚ ਲਿਆਂਦੀ ਫੀਮ ਤੋਲਿਆਂ ਵਿੱਚ ਵੇਚ ਕੇ ਜੰਗੇ ਦੀਆਂ ਜੇਬਾਂ ਪੈਸਿਆਂ ਨਾਲ ਭਰੀਆਂ ਰਹਿੰਦੀਆਂ। ਜੰਗੇ ਦੇ ਬਾਪ ਨੇ ਉਸ ਦਾ ਵਿਆਹ ਵੀ ਜਲਦੀ ਹੀ ਕਰ ਦਿੱਤਾ ਸੀ। ਹੱਦੋਂ ਵੱਧ ਸ਼ਰੀਫ ਦੇਬੋ ਦੀ ਮਾਂ ਚਿੰਤੋ ਦਾ ਰੁਤਬਾ ਸਿਰਫ ਨਿਆਣੇ ਜੰਮਣ ਤੋਂ ਇਲਾਵਾ ਕੋਲੂ ਦੇ ਬੈਲ ਵਾਂਗ ਘਰ ਦੇ ਕੰਮਾਂ ਵਿੱਚ ਹੀ ਰੁੱਝੇ ਰਹਿਣਾ ਸੀ। ਜੰਗਾ ਪਾਕਿਸਤਾਨੀ ਫਲੈਟ ਕੱਪੜਾ ਦੇ ਚਾਦਰੇ ਕੁੜਤੇ ਨਾਲ ਚਟਾਂਕੀ ਭਾਰਦੀ ਚਾਂਦੀ ਰੰਗੀ ਤਿੱਲੇਦਾਰ ਲੱਕੀ ਜੁੱਤੀ ਪਾਈ ਪੱਬਾਂ ਪਰ ਇੰਜ ਤੁਰਦਾ ਜਿਵੇਂ ਧਰਤੀ ਉਹਦਾ ਭਾਰ ਨਾ ਚੱਲ ਰਹੀ ਹੋਵੇ। ਜਵਾਨੀ ਦੇ ਜੋਸ਼ ਵਿੱਚ ਉਹ ਪਿੰਡ ਦੀ ਕੌਰ ਦੇ ਘਰ ਵੀ ਨਿਜਕ ਆਉਣ ਜਾਣ ਲੱਗ ਪਿਆ ਸੀ। ਪਿਓ ਦੀਆਂ ਆਪ ਹੁਦਰੀਆਂ ਹੁੰਦੜ ਹਿਲ ਨਿਕਲ ਰਹੀ ਦੇਬੋ ਦੇ ਕੰਨੀ ਵੀ ਪੈਂਦੀਆਂ। ਦੂਸਰੀ ਜਨਾਨੀ ਦੇ ਘਰ ਜੰਗੇ ਦਾ ਆਉਣਾ ਜਾਣਾ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਦੇਬੋ ਦੀ ਮਾਂ ਚਿੰਤੋ 4 ਨਿਆਣਿਆਂ ਦੀ ਮਾਂ ਬਣ ਕੇ ਪਤੀ ਦੇ ਪੁੱਠੇ ਕੰਮਾਂ ਕਰਕੇ ਚਿੰਤਾ ਕਰਦੀ ਵਕਤ ਤੋਂ ਪਹਿਲਾਂ ਹੀ ਬੁੱਢੀ ਲੱਗਣ ਲੱਗ ਪਈ। ਦੇਬੋ ਨੂੰ ਉਸਦੇ ਪਿਓ ਨੇ 5ਵੀਂ ਤੋਂ ਅੱਗੇ ਨੇੜਲੇ ਪਿੰਡ ਹਾਈ ਸਕੂਲ ਵਿੱਚ ਦਾਖਲ ਨਹੀਂ ਹੋਣ ਦਿੱਤਾ। ਕੁੜੀਆਂ ਜ਼ਿਆਦਾ ਨਹੀਂ ਪੜ੍ਹਦੀਆਂ ਹੁੰਦੀਆਂ, ਆਪਣੀ ਮਾਂ ਨਾਲ ਕੰਮ ਕਰਾਇਆ ਕਰ, ਆਖ ਕੇ ਜੰਗਾ ਘਰੋਂ ਬਾਹਰ ਹੋ ਗਿਆ ਸੀ। ਹੁਸ਼ਿਆਰ ਦੇਬੋ ਹਾਣੀ ਕੁੜੀਆਂ ਨੂੰ ਸਕੂਲ ਜਾਂਦਿਆਂ ਵੇਖ ਕੇ ਅੱਗੇ ਪੜ੍ਹਾਈ ਕਰਨ ਵਾਸਤੇ ਮਾਂ ਕੋਲ ਬਹੁਤ ਕਲਪੀ, ਪਰ ਘਰ ਵਿੱਚ ਜੰਗੇ ਦੀ ਮਰਜ਼ੀ ਦੇ ਖਿਲਾਫ ਪੱਤਾ ਵੀ ਨਹੀਂ ਹਿਲਦਾ ਸੀ। ਹਾਰ ਕੇ ਦੇਬੋ ਮਾਂ ਨਾਲ ਚੁੱਲ੍ਹੇ ਚੌਂਕੇ ਤੇ ਹੋਰ ਘਰੇਲੂ ਕੰਮਾਂ ਵਿੱਚ ਹੱਥ ਵਟਾਉਣ ਲੱਗ ਪਈ। ਹੋਰ ਕੁੜੀਆਂ ਨਾਲ ਚਰਖਾ ਕੱਤਣਾ, ਚਾਦਰਾਂ ਕੱਢਣਾ ਤੇ ਨਾਲੇ ਬੁਣਨ ਆਦਿ ਵਿੱਚ ਰੁਚੀ ਲੈਣ ਲੱਗ ਪਈ। ਖੂਬਸੂਰਤੀ ਦੇਬੋ ਨੂੰ ਰੱਬ ਨੇ ਜਿਵੇਂ ਦੂਜੀਆਂ ਕੁੜੀਆਂ ਨਾਲੋਂ ਵੱਖਰੇ ਤੌਰ 'ਤੇ ਦਿੱਤੀ ਹੋਵੇ। ਠਾਠਾਂ ਮਾਰਦੀ ਜਵਾਨੀ ਚੜ੍ਹ ਰਹੀ ਦੇਬੋ ਦੇ ਪਿਓ ਦੀਆਂ ਕਰਤੂਤਾਂ ਦੀ ਚਰਚਾ ਜਦੋਂ ਕਿਤੇ ਉਹਦੇ ਕੰਨੀ ਪੈਂਦੀ ਤਾਂ ਉਸਨੂੰ ਨਮੋਸ਼ੀ ਦੇ ਨਾਲ ਨਾਲ ਆਪਣੀ ਗਊ ਵਰਗੀ ਮਾਂ ਨਾਲ ਨਾ ਇਨਸਾਫੀ ਵੀ ਲੱਗਦੀ। ਉਹ ਬੋਲਣਾ ਚਾਹ ਕੇ ਵੀ ਬੋਲ ਨਾ ਸਕਦੀ। ਜੰਗੇ ਦੀਆਂ ਬਦਮਾਸ਼ਾਂ ਨਾਲ ਯਾਰੀਆਂ ਕਰਕੇ ਪਿੰਡ ਵਿੱਚ ਵੀ ਕੋਈ ਕੁਝ ਨਾ ਬੋਲਦਾ। ਅਚਾਨਕ ਇੱਕ ਦਿਨ ਕਿਸੇ ਮੁਖਬਰ ਦੀ ਸੂਹ 'ਤੇ ਪੁਲਿਸ ਨੇ ਛਾਪਾ ਮਾਰਿਆ ਤੇ ਜੰਗਾ ਪਿੰਡ ਦੀ ਜਿਸ ਔਰਤ ਦੇ ਘਰ ਆਉਂਦਾ ਜਾਂਦਾ ਸੀ ਉੱਥੋਂ ਨਸ਼ੀਲੇ ਪਦਾਰਥ, ਨਜਾਇਜ਼ ਹਥਿਆਰ ਤੇ ਦੇਸ਼ ਦੀ ਖੁਫੀਆ ਜਾਣਕਾਰੀ ਬਾਰੇ ਲਿਖੇ ਇੱਕ ਕਾਗਜ਼ ਸਮੇਤ ਰੰਗੇ ਹੱਥੀਂ ਕਾਬੂ ਆ ਗਿਆ। ਪੁਲਿਸ ਨੇ ਨਸ਼ੀਲੇ ਪਦਾਰਥ, ਨਜਾਇਜ਼ ਹਥਿਆਰ ਰੱਖਣ ਤੇ ਗੁਆਂਢੀ ਮੁਲਕ ਵਿੱਚ ਖੁਫੀਆ ਜਾਣਕਾਰੀ ਪਹੁੰਚਾਉਣ ਦਾ ਕੇਸ ਬਣਾ ਕੇ ਜੰਗੇ ਨੂੰ ਜੇਲ੍ਹ ਭੇਜ ਦਿੱਤਾ। ਸੰਗੀਨ ਦੋਸ਼ਾਂ ਕਰਕੇ ਜੰਗੇ ਦੀ ਜ਼ਮਾਨਤ ਵੀ ਨਹੀਂ ਹੋਈ। 2 ਸਾਲ ਦੇ ਵਿੱਚ ਹੀ ਉਸ ਨੂੰ ਉਮਰ ਕੈਦ ਵੀ ਹੋ ਗਈ ਸੀ। ਹਾਈ ਸਕੂਲ ਵਿੱਚ ਪੜ੍ਹਦੀ ਦੇਬੋ ਦੀ ਜਮਾਤਨ ਤੇ ਗੂੜੀ ਸਹੇਲੀ ਦੀਸ਼ੋ ਨੇ ਉਸ ਨੂੰ ਇੱਕ ਦਿਨ ਝੱਕਦਿਆਂ ਸਲਾਹ ਦਿੰਦਿਆਂ ਕਿਹਾ, ਅੜੀਏ ਤੂੰ ਦੁਬਾਰਾ ਪੜ੍ਹਨ ਲੱਗ ਜਾ, ਹੁਣ ਕਿਹੜਾ ਤੇਰਾ ਭਾ ਘਰ ਹੈ ਜੋ ਤੈਨੂੰ ਰੋਕੇਗਾ।
ਦੇਬੋ ਨੂੰ ਸਹੇਲੀ ਦੀਸ਼ੋ ਦੀ ਸਲਾਹ ਚੰਗੀ ਲੱਗੀ ਤੇ ਉਸਨੇ ਆਪਣੀ ਮਾਂ ਨਾਲ ਗੱਲ ਕੀਤੀ, ਪਰ ਡਰਦੀ ਮਾਂ ਕੰਨਾਂ ਦੀਆਂ ਲੌਲਾਂ ਫੜਦਿਆਂ ਬੋਲੀ, ਨਾ ਕੁੜੇ, ਤੇਰੇ ਪਿਓ ਨੇ ਸਾਨੂੰ ਦੋਹਾਂ ਨੂੰ ਛੱਡਣਾ ਨਹੀਂ। ਐਤਕੀ ਤੂੰ ਮੇਰੇ ਨਾਲ ਮੁਲਾਕਾਤ 'ਤੇ ਜਾ ਕੇ ਆਪ ਹੀ ਪੁੱਛ ਲੈ, ਮੈਥੋਂ ਨਹੀਂ ਹੱਡੀਆਂ ਤੜਵਾਈਆਂ ਜਾਂਦੀਆਂ। ਭਾਵੇਂ ਦੇਬੋ ਦੀ ਮਾਂ ਨੂੰ ਭਾਰਤੀ ਨਾਰੀ ਵਾਂਗ ਘਰ ਵਾਲੇ ਦੇ ਫੜੇ ਜਾਣ ਦਾ ਦੁੱਖ ਹੋਇਆ ਸੀ, ਪਰ ਦੇਬੋ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸਨੇ ਖੁੱਲ੍ਹੇ ਵਾਤਾਵਰਨ ਵਿੱਚ ਪਹਿਲੀ ਵਾਰ ਖੁੱਲ੍ਹ ਕੇ ਸਾਹ ਲਿਆ ਹੋਵੇ। ਉਹ ਪੜ੍ਹਾਈ ਕਰਨ ਦੀ ਆਗਿਆ ਲੈਣ ਵਾਸਤੇ ਮਾਂ ਨਾਲ ਜੇਲ੍ਹ ਵਿੱਚ ਪਿਓ ਦੀ ਮੁਲਾਕਾਤ ਨੂੰ ਚਲੀ ਗਈ। ਬੱਸ ਵਿੱਚ ਬੈਠੀ ਦੇਬੋ ਸੋਚ ਰਹੀ ਸੀ ਕਿ ਜੇ ਉਹ ਸਕੂਲੋਂ ਨਾ ਹਟੀ ਹੁੰਦੀ ਤਾਂ ਉਸਨੇ ਵੀ ਅੱਜ ਦੀਸ਼ੋ ਨਾਲ 8ਵੀਂ ਵਿੱਚ ਹੋਣਾ ਸੀ। ਜਵਾਨ ਨਿਕਲ ਰਹੀ ਦੇਬੋ ਪਹਿਲੀ ਵਾਰ ਸ਼ਹਿਰ ਆਈ ਕਮਲਿਆਂ ਵਾਂਗ ਚਾਰ ਚੁਫੇਰੇ ਝਾਕਦੀ ਰਹੀ ਸੀ। ਖਚਾ ਖਚ ਭਰੇ ਮੁਲਾਕਾਤ ਵਾਲੇ ਕਮਰੇ ਵਿੱਚ ਅਜੀਬ ਕਿਸਮ ਦੀ ਕਾਮਾਰੌਲੀ ਜੀ ਪੈ ਰਹੀ ਸੀ। ਸਿੱਖਾਂ ਵਾਲੇ ਕਮਰੇ ਵਿੱਚ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਮੁਲਾਕਾਤੀ ਤੇ ਕੈਦੀ ਦੋਵੇਂ ਪਾਸੇ ਸਿੱਖਾਂ ਨਾਲ ਮੂੰਹ ਲਗਾ ਕੇ ਉੱਚੀ ਉੱਚੀ ਬੋਲ ਕੇ ਇੱਕ ਦੂਜੇ ਨੂੰ ਘਰਾਂ ਦੀਆਂ ਮੁਸ਼ਕਲਾਂ ਅਤੇ ਕੇਸਾਂ ਦੀ ਪੈਰਵੀ ਕਰਦਿਆਂ ਆ ਰਹੀਆਂ ਅੜਚਣਾਂ ਬਾਰੇ ਦੱਸ ਰਹੇ ਸਨ। ਕਈ ਕੈਦੀ ਘਰਾਂ ਦੀਆਂ ਮਾੜੀਆਂ ਖਬਰਾਂ ਸੁਣ ਕੇ ਉਦਾਸ ਵੀ ਹੋ ਰਹੇ ਸਨ। ਕੋਈ ਨਵਾਂ ਵਕੀਲ ਕਰਨ ਲਈ ਆਖ ਰਿਹਾ ਸੀ, ਕੋਈ ਰਿਹਾਈ ਲਈ ਜ਼ਰੂਰੀ ਕਾਗਜ਼ ਤੋਰਨ ਵਾਸਤੇ ਦੱਸ ਰਿਹਾ ਸੀ। ਦੋਵੇਂ ਪਾਸੇ ਸਿੱਖਾਂ ਵਿਚਾਲੇ ਬਣੀ 5 ਫੁੱਟ ਦੀ ਗਲੀ ਵਿੱਚ ਘੁੰਮਦੇ ਸਿਪਾਹੀ ਕੈਦੀਆਂ ਨੂੰ ਮੁਲਾਕਾਤ ਦਾ ਸਮਾਂ ਪੂਰਾ ਹੋ ਗਿਆ ਕਹਿ ਕੇ ਵਾਪਸ ਵੀ ਭੇਜੀ ਜਾ ਰਹੇ ਸਨ ਤੇ ਹੋਰ ਵੀ ਆ ਰਹੇ ਸਨ। ਕੁਝ ਚਿਰ ਬਾਅਦ ਸ਼ੋਰ ਥੋੜ੍ਹਾ ਘਟ ਗਿਆ। ਇੱਕ ਪਾਸਿਓਂ ਖੱਦਰ ਦਾ ਕੁੜਤਾ ਤੇ ਗੋਡਿਆਂ ਤੱਕ ਉੱਚਾ ਪਜਾਮਾ ਪਾਈ ਤੁਰੇ ਆਉਂਦੇ ਪਿਓ ਨੂੰ 2.5-3 ਸਾਲ ਬਾਅਦ ਵੇਖ ਕੇ ਦੇਬੋ ਦੀਆਂ ਧੀ ਮੋਹ ਵਿੱਚ ਅੱਖਾਂ ਭਰ ਆਈਆਂ ਸਨ। ਪਰ ਧੀ ਨੂੰ ਪਿਆਰ ਨਾਲ ਬੋਲਣ ਦੀ ਬਜਾਏ ਸਿੱਖਾਂ ਫੜ ਕੇ ਬੈਠਦੇ ਜੰਗੇ ਦੇ ਦਬਕੇ ਵਰਗੇ ਬੋਲਾਂ ਨਾਲ ਦੇਬੋ ਦਾ ਦਿਲ ਪੱਛਿਆ ਗਿਆ ਸੀ। ਕੁੜੀ ਨੂੰ ਕਿਉਂ ਨਾਲ ਲੈ ਕੇ ਆਈ ਹੈ? ਇਹ ਦੁਬਾਰਾ ਪੜ੍ਹਨ ਲਈ ਆਖਦੀ ਹੈ। ਮੈਂ ਇਸਨੂੰ ਕਿਹਾ ਕਿ ਤੂੰ ਆਪ ਹੀ ਪੁੱਛ ਲੈ ਜਾ ਕੇ। ਡਰਦੀ ਚਿੰਤੋ ਨੇ ਆਪਣੀ ਚਿੰਤਾ ਮਸਾਂ ਹੀ ਜ਼ਾਹਰ ਕੀਤੀ, ਜਿਵੇਂ ਬੋਲ ਉਸਦੇ ਸੰਗ ਵਿੱਚ ਹੀ ਅਟਕ ਗਿਆ ਹੋਵੇ। ਲੱਤਾਂ ਵੜ ਦੂੰ ਦੋਵਾਂ ਮਾਵਾਂ ਧੀਆਂ ਦੀਆਂ ਜੇ ਦੁਬਾਰਾ ਇਹਨੇ ਘਰੋਂ ਬਾਹਰ ਪੈਰ ਪੁੱਟਿਆ। ਜੰਗਾ ਜੇਲ੍ਹ ਵਿੱਚ ਬੰਦ ਵੀ ਘਰ 'ਤੇ ਹਕੂਮਤ ਇੰਜ ਕਰ ਰਿਹਾ ਸੀ ਜਿਵੇਂ ਹੁਣੇ ਹੀ ਬਾਹਰ ਨਿਕਲ ਕੇ ਮਾਵਾਂ ਧੀਆਂ ਨੂੰ ਗੁੱਤਾਂ ਤੋਂ ਫੜ ਲਵੇਗਾ। ਦੇਬੋ ਦੇ ਕੰਨਾਂ ਵਿੱਚ ਦੀਸ਼ੋ ਦੇ ਬੋਲ ਗੂੰਜੇ, ਹੁਣ ਕਿਹੜਾ ਤੇਰਾ ਭਾ ਘਰ ਹੈ ਜੋ ਤੈਨੂੰ ਰੋਕੇਗਾ? ਦੀਸ਼ੋ ਦੇ ਬੋਲਣ ਨਾਲ ਦੇਬੋ ਵਿੱਚ ਬੋਲਣ ਦੀ ਹਿੰਮਤ ਜੀ ਆ ਗਈ। ਭਾ, ਹੁਣ ਮੈਂ ਤਾਂ ਪੜ੍ਹਾਂਗੀ। ਪਤਾ ਨਹੀਂ ਦੇਬੋ ਕਿਵੇਂ ਅੱਜ ਪਹਿਲੀ ਵਾਰ ਪਿਓ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਆਖ ਗਈ ਸੀ। ਜੰਗਾ ਵੇਸੀ ਕੋਲ ਸਕਦਾ ਸੀ ਪਰ ਕਰ ਕੁਝ ਨਹੀਂ ਸੀ ਸਕਦਾ। ਉਹ ਰੋਹ ਭਰੀਆਂ ਲਾਲ ਅੱਖਾਂ ਕੱਢਦਾ ਹੋਰ ਕੁਝ ਬੋਲੇ ਬਗੈਰ ਉੱਠ ਕੇ ਤੁਰ ਗਿਆ। ਚਿੰਤੋ ਤੇ ਦੇਬੋ ਵੀ ਬਾਹਰ ਆ ਕੇ ਜੇਲ੍ਹ ਦੇ ਵੱਡੇ ਸਾਰੇ ਦਰਵਾਜ਼ੇ ਦੀ ਨਿੱਕੀ ਜਿਹੀ ਖਿੜਕੀ ਨੇੜੇ ਮੁਲਾਕਾਤੀਆਂ ਦੀ ਲੱਗੀ ਲਾਈਨ ਵਿੱਚ ਖਲੋ ਗਈਆਂ, ਜਿੱਥੋਂ ਦੀ ਕੈਦੀਆਂ ਦੇ ਵਾਰਸ ਘਰਾਂ 'ਚੋਂ ਲਿਆਂਦਾ ਲੋੜ ਵਾਲਾ ਸਮਾਨ ਫੜਾ ਰਹੇ ਸਨ। ਆਪਣੀ ਵਾਰੀ ਆਉਣ 'ਤੇ ਉਹਨਾਂ ਵੀ ਭਰਿਆ ਝੋਲਾ ਸਿਪਾਹੀ ਨੂੰ ਉਮਰ ਕੈਦੀ ਜੰਗ ਸਿੰਘ ਆਖ ਕੇ ਫੜਾ ਦਿੱਤਾ। ਗੁੱਸੇ ਵਿੱਚ ਭਰੇ ਪੀਤੇ ਜੰਗੇ ਨੇ ਪਤਾ ਨਹੀਂ ਉਹ ਸਮਾਨ ਅੱਗੋਂ ਫੜਿਆ ਕਿ ਨਹੀਂ। ਸੋਚਦੀਆਂ ਮਾਵਾਂ ਧੀਆਂ ਪਿੰਡ ਵਾਲੀ ਬੱਸੇ ਬੈਠ ਵਾਪਸ ਆ ਗਈਆਂ। ਜੇਲ੍ਹ ਵਿੱਚ ਬੰਦ ਪਿਓ ਦੀ ਮੁਲਾਕਾਤ ਨੂੰ ਮਾਂ ਦੇ ਨਾਲ ਜਾਣਾ ਦੇਬੋ ਦੇ ਜੀਵਨ ਦਾ ਇੱਕ ਮੋੜ ਹੀ ਕਿਹਾ ਜਾ ਸਕਦਾ ਹੈ। ਘਰ ਵਾਲੇ ਤੋਂ ਡਰਦੀ ਮਾਂ ਦੇ ਬਾਵਜੂਦ 15ਵੇਂ ਸਾਲ ਵਿੱਚ ਦੇਬੋ ਦੁਬਾਰਾ ਸਕੂਲ ਜਾਣ ਲੱਗ ਪਈ। ਦੇਬੋ ਦੀ ਕਿਸਮਤ ਨੂੰ ਚੰਗੀ ਗੱਲ ਇਹ ਹੋਈ ਕਿ ਸਰਕਾਰ ਨੇ ਸਕੂਲ ਨੂੰ ਅਪਗ੍ਰੇਡ ਕਰਕੇ 12ਵੀਂ ਤੱਕ ਕਰ ਦਿੱਤਾ ਸੀ ਤੇ ਸ਼ਹਿਰ ਜਾਣ ਦਾ ਝੰਜਟ ਵੀ ਖਤਮ ਹੋ ਗਿਆ ਸੀ। ਛੋਟੇ ਭੈਣ ਭਰਾਵਾਂ ਨੂੰ ਵੀ ਦੇਬੋ ਨੇ ਪੜ੍ਹਨੋਂ ਹਟਣ ਨਹੀਂ ਦਿੱਤਾ। ਜ਼ਮੀਨ ਗੁਜ਼ਾਰੇ ਜੋਗੀ ਹੈ ਸੀ। ਸਕੂਲ ਦਾ ਖਰਚਾ ਮਾਵਾਂ ਧੀਆਂ ਚਾਦਰਾਂ ਦੀ ਕਢਾਈ ਤੋਂ ਕੱਢ ਲੈਂਦੀਆਂ ਸਨ। ਚਿੰਤੋ ਮਹੀਨੇ ਬਾਅਦ ਮੁਲਾਕਾਤ ਨੂੰ ਜਾਂਦੀ ਰਹੀ ਸੀ, ਪਰ ਨਾ ਹੀ ਕਦੇ ਜੰਗੇ ਨੇ ਦੇਬੋ ਬਾਰੇ ਪੁੱਛਿਆ ਤੇ ਨਾ ਚਿੰਤੋ ਨੇ ਕਦੇ ਜ਼ਿਕਰ ਕੀਤਾ। ਸਮਾਂ ਗਤੀਸ਼ੀਲ ਹੈ, ਨਿਰੰਤਰ ਚੱਲ ਰਿਹਾ ਸੀ। ਦੇਬੋ ਨੇ ਆਪਣੀ ਮਿਹਨਤ ਸਦਕਾ 10ਵੀਂ ਵਿੱਚ ਵੀ ਮੈਰਿਟ ਹਾਸਲ ਕੀਤੀ ਤੇ 12ਵੀਂ ਜਮਾਤ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ 'ਤੇ ਪਾਸ ਕਰਕੇ ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ। ਮੁਲਾਕਾਤ ਨੂੰ ਤੁਰਦੀ ਮਾਂ ਨੂੰ ਦੇਬੋ ਨੇ ਸਕੂਲ ਵਿੱਚੋਂ ਮਿਲੇ ਇਨਾਮ ਵਾਲੀ ਫੋਟੋ ਫੜਾਉਂਦਿਆਂ ਕਿਹਾ, ਬੀਬੀ ਆ ਭਾ ਨੂੰ ਜ਼ਰੂਰ ਵਿਖਾਈ। ਉਹ ਪਿਓ ਨੂੰ ਦੱਸਣਾ ਚਾਹੁੰਦੀ ਸੀ ਕਿ ਉਸਨੇ ਕੋਈ ਲਾਂਭੇ ਵਾਲਾ ਕੰਮ ਨਹੀਂ ਕੀਤਾ ਜਿਸ ਨਾਲ ਉਸਦੀ ਪੱਗ ਮੈਲੀ ਹੁੰਦੀ। ਜੰਗੇ ਨੇ ਕੈਦ ਪੂਰੀ ਹੋਣ ਤੋਂ ਪਹਿਲਾਂ ਜੇਲ੍ਹ ਵਿੱਚੋਂ ਨਿਕਲਣ ਦੀ ਉਮੀਦ ਲਾਈ ਛੱਡੀ ਸੀ। 8-9 ਸਾਲਾਂ ਦੇ ਅਰਸੇ ਵਿੱਚ ਉਸਦੇ ਸੁਭਾਅ ਵਿੱਚ ਵੀ ਫਰਕ ਪੈ ਗਿਆ ਸੀ। ਹੁਣ ਉਹ ਮੁਲਾਕਾਤ ਨੂੰ ਆਈ ਚਿੰਤੋ ਨੂੰ ਵੱਢ ਖਾਣ ਨੂੰ ਨਹੀਂ ਪੈਂਦਾ ਸੀ, ਸਗੋਂ ਘਰ ਸੰਭਾਲਣ ਵਰਗੀਆਂ ਸਿਆਣੀਆਂ ਗੱਲਾਂ ਕਰਦਾ। ਪਰ ਦੇਬੋ ਦੀ ਫੋਟੋ ਵੇਖ ਕੇ ਉਹ ਕੁਝ ਨਹੀਂ ਬੋਲਿਆ, ਜਿਵੇਂ ਧੀ ਨੇ ਉਸਦੀ ਸਾਰੀ ਮਰਦ ਹੈਂਕੜ ਖਤਮ ਕਰ ਦਿੱਤੀ ਹੋਵੇ। ਉਤਸ਼ਾਹਿਤ ਦੇਬੋ ਕਾਲਜ ਵਿੱਚ ਦਾਖਲਾ ਲੈਣ ਲਈ ਸੋਚ ਰਹੀ ਸੀ ਕਿ ਅਚਾਨਕ ਕੇਂਦਰ ਸਰਕਾਰ ਨੇ ਸੀਮਾ ਸੁਰੱਖਿਆ ਬਲਾਂ ਵਿੱਚ ਲੜਕੀਆਂ ਨੂੰ ਭਰਤੀ ਕਰਨ ਦਾ ਇਸ਼ਤਿਹਾਰ ਦੇ ਦਿੱਤਾ।
ਹੋਰ ਕੁੜੀਆਂ ਦੇ ਨਾਲ 22 ਸਾਲ ਦੀ ਮੁਟਿਆਰ ਦੇਬੋ ਦੀ ਚੋਣ ਪਹਿਲ ਦੇ ਆਧਾਰ ਤੇ ਹੋ ਗਈ ਤੇ ਉਹ ਸਿਖਲਾਈ ਪ੍ਰਾਪਤ ਕਰਨ ਉਪਰੰਤ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿੱਚ ਦੇਸ਼ ਦੀ ਸਰਹੱਦ ਤੇ ਤਾਇਨਾਤ ਹੋ ਗਈ। ਇੱਕ ਦਿਨ ਜੇਲ੍ਹ ਵਿੱਚ ਇੱਕ ਅਨੋਖੀ ਜੀ ਖਬਰ ਫੈਲ ਗਈ ਕਿ ਜੇਲ੍ਹ ਵਿੱਚ ਨਵੀਂ ਜੇਲ੍ਹ ਸੁਪਰੀਟੈਂਡੈਂਟ ਕੋਈ ਕੁੜੀ ਬਣ ਕੇ ਆਈ ਹੈ। ਉਹ ਪਛਾਣ ਵਾਸਤੇ ਕਿਸੇ ਦਿਨ ਕੈਦੀਆਂ ਦੇ ਰੂਬਰੂ ਹੋਵੇਗੀ, ਜੋ ਕੈਦੀਆਂ ਵਾਸਤੇ ਹੈਰਾਨੀਜਨਕ ਸੀ। 2 ਦਿਨ ਬਾਅਦ ਹੀ ਨਵੀਂ ਜੇਲ੍ਹ ਸੁਪਰੀਟੈਂਡੈਂਟ ਨੂੰ ਵੇਖਣ ਵਾਸਤੇ ਚੱਕੀ ਬੰਦ ਕੈਦੀਆਂ ਨੂੰ ਛੱਡ ਕੇ ਬਾਕੀ ਸਾਰੇ ਕੈਦੀ ਪਰੇਡ ਗਰਾਊਂਡ ਵਿੱਚ ਬੈਠੇ ਹੋਏ ਸਨ। ਸਲਾਮੀ ਮੰਚ ਉੱਤੇ ਨਵੀਂ ਜੇਲ੍ਹ ਸੁਪਰਡੈਂਟ ਦੇ ਸਵਾਗਤ ਲਈ 3-4 ਹੋਰ ਕੁਰਸੀਆਂ ਵੀ ਲੱਗੀਆਂ ਹੋਈਆਂ ਸਨ। 25-26 ਸਾਲ ਦੀ ਮੁਟਿਆਰ ਨੂੰ ਖਾਕੀ ਵਰਦੀ ਉੱਤੇ ਚਮਕਦੇ ਸਿਤਾਰੇ ਪ੍ਰਭਾਵਸ਼ਾਲੀ ਤੇ ਹੋਰ ਖੂਬਸੂਰਤ ਬਣਾ ਰਹੇ ਸਨ। ਕੁਰਸੀ ਤੇ ਬੈਠਣ ਤੋਂ ਪਹਿਲਾਂ ਕੁੜੀ ਨੇ ਬੈਠੇ ਕੈਦੀਆਂ ਉੱਪਰ ਨਜ਼ਰ ਮਾਰਦਿਆਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ। ਆਪਣੇ ਸੰਬੋਧਨ ਵਿੱਚ ਨਵੀਂ ਜੇਲ੍ਹ ਸੁਪਰਡੈਂਟ ਨੇ ਕਿਹਾ, ਤੁਸੀਂ ਸਾਰੇ ਹੀ ਮੇਰੇ ਸਤਿਕਾਰਤ ਰਿਸ਼ਤਿਆਂ ਵਰਗੇ ਹੋ। ਕਿਸੇ ਨਾ ਕਿਸੇ ਜੁਰਮ ਬਦਲੇ ਇਸ ਸੁਧਾਰ ਘਰ ਵਿੱਚ ਪਛਤਾਵਾ ਕਰਨ ਲਈ ਇੱਥੇ ਆਏ ਹੋ। ਜਦੋਂ ਮਨੁੱਖ ਸੱਚੇ ਦਿਲੋਂ ਪਛਤਾਵਾ ਕਰ ਲੈਂਦਾ ਤਾਂ ਉਸ ਦੇ ਸਾਰੇ ਗੁਨਾਹ ਮਾਫ ਹੋ ਜਾਂਦੇ ਨੇ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੇ ਪਰਿਵਾਰ ਵਾਂਗ ਮੈਨੂੰ ਸਹਿਯੋਗ ਦਿਓਗੇ ਤੇ ਚੰਗੇ ਮਨੁੱਖ ਬਣ ਕੇ ਆਪਣਾ ਨਵਾਂ ਜੀਵਨ ਸ਼ੁਰੂ ਕਰੋਗੇ। ਨਵੀਂ ਅਫਸਰ ਬੱਚੀ ਬੋਲਦੀ ਇੰਜ ਲੱਗ ਰਹੀ ਸੀ ਜਿਵੇਂ ਉਸਦੇ ਮੂੰਹੋਂ ਫੁੱਲ ਕਰ ਰਹੇ ਹੋਣ। ਇਸ ਦੌਰਾਨ ਜੰਗੇ ਦੀਆਂ ਭਰੀਆਂ ਅੱਖਾਂ ਅੱਗੇ ਪੜ੍ਹਨ ਵਾਸਤੇ ਪੁੱਛਣ ਲਈ ਮੁਲਾਕਾਤ ਆਈ। ਆਪਣੀ ਧੀ ਦੇਬੋ ਦੀ ਬਾਗੀ ਸੁਰ ਵਾਲੀ ਤਸਵੀਰ ਘੁੰਮਦੀ ਰਹੀ। ਪਾ, ਮੈਂ ਤਾਂ ਪੜ੍ਹਾਂਗੀ ਹੀ। ਉਸ ਰਾਤ ਜੰਗਾ ਸੌ ਨਹੀਂ ਸਕਿਆ। ਉਹ ਸੋਚਦਾ ਰਿਹਾ ਕਿ ਮੈਂ ਵੀ ਧੀ ਨੂੰ ਪੜ੍ਹਨ ਦੀ ਆਗਿਆ ਦੇ ਦਿੰਦਾ ਤਾਂ ਸ਼ਾਇਦ ਉਹ ਵੀ ਕਿਸੇ ਚੰਗੇ ਰੁਤਬੇ 'ਤੇ ਪਹੁੰਚ ਜਾਂਦੀ। ਪਰ ਬੀਤੇ ਵੇਲੇ ਨੂੰ ਤਾਂ ਕੋਈ ਲੁਕਮਾਨ ਵੀ ਨਹੀਂ ਮੋੜ ਸਕਿਆ। ਉਹ ਨਵੀਂ ਅਫਸਰ ਦੇ ਕਹਿਣ ਅਨੁਸਾਰ ਧੀ ਤੋਂ ਮਾਫੀ ਮੰਗ ਕੇ ਪਛਤਾਵਾ ਤਾਂ ਕਰ ਹੀ ਸਕਦਾ ਹੈ ਨਾ। ਜੰਗੇ ਨੇ ਇੱਕ ਵਾਕਫ ਵਾਰਡਨ ਨੂੰ ਘਰ ਦੇ ਮੋਬਾਈਲ ਫੋਨ 'ਤੇ ਚਿੰਤੋ ਨੂੰ ਸੁਨੇਹਾ ਦਿੱਤਾ ਕਿ ਇਸ ਵਾਰ ਮੁਲਾਕਾਤ ਨੂੰ ਆਈ ਦੇਬੋ ਨੂੰ ਜ਼ਰੂਰ ਲੈ ਕੇ ਆਵੇ। ਫੋਨ ਸੁਣ ਕੇ ਚਿੰਤੋ ਹੈਰਾਨ ਹੋਈ। ਉਸਨੇ ਤਾਂ ਡਰਦੀ ਨੇ ਦੇਬੋ ਦੀ ਨੌਕਰੀ ਬਾਰੇ ਵੀ ਪਤੀ ਨਾਲ ਗੱਲ ਨਹੀਂ ਸੀ ਕੀਤੀ ਕਿ ਪਤਾ ਨਹੀਂ ਕਿਹੜੇ ਮੂੰਹ ਬੋਲੇ ਜੋ ਧੀ ਦੀ ਮਾਨਮੱਤੀ ਪ੍ਰਾਪਤੀ 'ਤੇ ਇੱਕ ਸ਼ਬਦ ਵੀ ਨਹੀਂ ਬੋਲਿਆ ਸੀ। ਦੇਬੋ ਸਬੱਬ ਨਾਲ ਮਹੀਨੇ ਦੀ ਛੁੱਟੀ ਆਈ ਹੋਈ ਸੀ ਤੇ ਛੁੱਟੀ ਮੁੱਕਣ ਵਾਲੀ ਸੀ। ਜਦੋਂ ਮਾਂ ਨੇ ਜੇਲ੍ਹ ਵਿੱਚੋਂ ਆਏ ਫੋਨ ਬਾਰੇ ਗੱਲ ਕੀਤੀ ਤਾਂ ਫੈਸਲਾ ਹੋਇਆ ਕਿ ਦੇਬੋ ਵਰਦੀ ਵਿੱਚ ਹੀ ਜਾਵੇਗੀ ਤੇ ਉੱਥੋਂ ਹੀ ਆਪਣੀ ਕੰਪਨੀ ਵਿੱਚ ਹਾਜ਼ਰੀ ਜਾ ਦੇਵੇਗੀ। ਅੱਜ ਵਰਦੀਧਾਰੀ ਧੀ ਨਾਲ ਪਤੀ ਦੀ ਮੁਲਾਕਾਤ ਨੂੰ ਜਾਰੀ ਚਿੰਤੋ ਸ਼ਾਹ ਵਿੱਚ ਸੀ। ਕੈਦੀ ਨੰਬਰਦਾਰ ਨੇ ਜਦੋਂ ਜੰਗੇ ਨੂੰ ਉਸ ਦੀ ਮੁਲਾਕਾਤ ਆਈ ਬਾਰੇ ਦੱਸਿਆ ਤਾਂ ਜਲਦੀ ਹੀ ਡਿਊਟੀ ਵਿੱਚ ਆ ਗਿਆ। ਮੁਲਾਕਾਤ ਵਾਲੇ ਕਮਰੇ ਵਿੱਚ ਚਿੰਤੋ ਦੇ ਨੇੜੇ ਚੁੱਪ ਖਲੋਤੀ ਖਾਕੀ ਵਰਦੀ ਵਾਲੀ ਜਵਾਨ ਕੁੜੀ ਨੂੰ ਵੇਖ ਕੇ ਜੰਗੇ ਨੇ ਪਹਿਲਾਂ ਤਾਂ ਇਹੀ ਸਮਝਿਆ ਕਿ ਹੋ ਸਕਦਾ ਨਵੀਂ ਜੇਲ੍ਹ ਸੁਪਰਡੈਂਟ ਵਾਂਗ ਹੀ ਕੋਈ ਨਵੀਂ ਅਫਸਰ ਹੋਵੇ। ਜਦੋਂ ਚਿੰਤੋ ਨੇ ਦੱਸਿਆ ਤਾਂ ਜੰਗਾ ਧੀ ਨੂੰ ਤੱਕਦਾ ਹੱਕਾ ਬੱਕਾ ਹੀ ਰਹਿ ਗਿਆ। ਉਹ ਉਸੇ ਵੇਲੇ ਬੋਲਿਆ, ਤੁਸੀਂ ਗੇਟ ਵੱਲ ਆਓ, ਮੈਂ ਕਰਦਾ ਕੋਈ ਚਾਰਾ। ਪੁਰਾਣਾ ਕੈਦੀ ਹੋਣ ਕਰਕੇ ਬਹੁਤੇ ਡਿਊਟੀ ਵਾਲੇ ਉਸ 'ਤੇ ਜਾਣੂ ਹੀ ਸਨ। ਜਦੋਂ ਜੰਗੇ ਨੇ ਡਿਊਟੀ ਵਾਲੇ ਵਾਰਡਨ ਨਾਲ ਮੁਲਾਕਾਤ ਨੂੰ ਆਈ ਬਾਹਰ ਖਲੋਤੀ ਆਪਣੀ ਵਰਦੀਧਾਰੀ ਧੀ ਬਾਰੇ ਜਾਣਕਾਰੀ ਸਾਂਝੀ ਕੀਤੀ ਤਾਂ ਉਸਨੇ ਗੇਟ ਦੀ ਨਿੱਕੀ ਖਿੜਕੀ 'ਤੇ ਡਿਊਟੀ ਵਾਲੇ ਸਿਪਾਹੀ ਨੂੰ ਬਾਹਰ ਖਲੋਤੀਆਂ ਮਾਵਾਂ ਧੀਆਂ ਨੂੰ ਅੰਦਰ ਆਉਣ ਲਈ ਆਵਾਜ਼ ਮਾਰਨ ਲਈ ਕਿਹਾ। ਸਿਪਾਹੀ ਨੇ ਖਿੜਕੀ ਥੋੜ੍ਹੀ ਜਿਹੀ ਖੋਲ੍ਹ ਕੇ ਦੇਬੋ ਨੂੰ ਸੰਬੋਧਨ ਹੁੰਦਿਆਂ ਕਿਹਾ, ਮੈਡਮ, ਤੁਸੀਂ ਜੰਗ ਸਿੰਘ ਦੇ ਵਾਰਿਸ ਹੋ? ਹਾਂ ਕਹਿਣ 'ਤੇ ਸਿਪਾਹੀ ਨੇ ਉਹਨਾਂ ਨੂੰ ਅੰਦਰ ਆਉਣ ਲਈ ਆਖਿਆ। ਡਿਊਟੀ ਵਾਲਾ ਵਾਰਡਨ ਵਰਦੀ ਦਾ ਸਤਿਕਾਰ ਕਰਦਿਆਂ ਹੱਥ ਜੋੜ ਕੇ ਆਪਣੇ ਕਮਰੇ ਵਿੱਚ ਬੈਠ ਕੇ ਗੱਲ ਕਰਨ ਲਈ ਆਪ ਪਾਸੇ ਹੋ ਗਿਆ। ਲੰਮੇ ਹਰਸੇ ਮਗਰੋਂ ਪਿਤਰੀ ਮੋਹ ਨਾਲ ਧੀ ਨੂੰ ਗੱਲ ਨਾਲ ਲਾਉਂਦੇ ਜੰਗੇ ਦੀਆਂ ਭੁੱਬਾਂ ਹੀ ਨਿਕਲ ਗਈਆਂ। ਧੀਏ, ਤੂੰ ਤਾਂ ਭੜ ਬੁੱਝੜ ਪਿਓ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ ਕਿ ਧੀਆਂ ਬਾਬਲ ਦੀ ਪੱਗ ਦਾ ਸ਼ਮਲਾ ਉੱਚਾ ਵੀ ਕਰ ਸਕਦੀਆਂ ਹਨ, ਰੋਲਦੀਆਂ ਨਹੀਂ। ਤੇਰੇ ਵਰਗੀ ਹੀ ਕਿਸੇ ਖੁਸ਼ਕਿਸਮਤ ਬਾਪ ਦੀ ਧੀ ਸਾਡੀ ਨਵੀਂ ਜੇਲ੍ਹ ਸੁਪਰਡੈਂਟ ਬਣ ਕੇ ਆਈ ਹੈ। ਜੰਗੇ ਦਾ ਸਾਫੇ ਨਾਲ ਅੱਖਾਂ ਪੂੰਝਦੇ ਦਾ ਗਲਾ ਭਰ ਆਇਆ ਸੀ। ਦੇਬੋ ਨੂੰ ਨਰਮ ਹੋਏ ਬਾਪ ਤੇ ਅੱਜ ਤਰਸ ਤੇ ਪਿਆਰ ਆ ਰਿਹਾ ਸੀ। ਕੋਲ ਖਲੋਤੀ ਚਿੰਤੋ ਦੀਆਂ ਅੱਖਾਂ ਖੁਸ਼ੀ ਵਿੱਚ ਪਰਲ ਪਰਲ ਵਹਿ ਰਹੀਆਂ ਸਨ। ਅੱਜ ਉਸ ਨੂੰ ਪਹਿਲੀ ਵਾਰ ਅਹਿਸਾਸ ਹੋ ਰਿਹਾ ਸੀ ਕਿ ਜੋ ਉਸ ਨੂੰ ਕਰਨਾ ਚਾਹੀਦਾ ਸੀ ਉਹ ਕੁਝ ਉਸ ਦੀ ਧੀ ਨੇ ਕਰ ਵਿਖਾਇਆ ਹੈ।